ਸਤਿ ਸ਼੍ਰੀ ਅਕਾਲ। ਆਪ ਸਭ ਜੀ ਦਾ ਪੰਜਾਬੀ ਵਿਆਕਰਣ ਦੀ ਕਲਾਸ ਦੇ ਵਿੱਚ ਬਹੁਤ ਸਵਾਗਤ ਹੈ। ਅੱਜ ਅਸੀਂ ਪੰਜਾਬੀ ਵਰਣਮਾਲਾ ਨੂੰ ਆਧਾਰ ਬਣਾ ਕੇ ਕੁਝ ਪੰਜਾਬੀ ਵਿਸ਼ਿਆਂ ਉੱਪਰ ਗੱਲ ਕਰਾਂਗੇ। ਇਹ ਵਿਸ਼ੇ ਹੋਣਗੇ ਪੰਜਾਬੀ ਵਰਣਮਾਲਾ, 35, ਅਰਬੀ ਫਾਰਸੀ ਧੁਨੀਆਂ, ਲੱਲੇ ਪੈਰ ਬਿੰਦੀ ੜ ਧੁਨੀ ਦੀ ਵਰਤੋਂ, ਸਵਰ, ਵਿਅੰਜਨ, ਨਾਸਕੀ ਵਿਅੰਜਨ, ਲਗਾ ਮਾਤਰਾਵਾਂ, ਮੁਕਤਾ ਲਗ, ਲਗਾਖਰ, ਦੁੱਤ ਅੱਖਰ ਅਤੇ ਲਿਪੀ। ਵਰਣਮਾਲਾ ਨੂੰ ਪੁਰਾਤਨ ਸਮੇਂ ਵਿੱਚ 35 ਕਿਹਾ ਜਾਂਦਾ ਸੀ। ਪੰਜਾਬੀ ਵਰਣਮਾਲਾ ਦਾ ਇੱਕ ਹੋਰ ਨਾਮ 35 ਵੀ ਹੈ। ਇਸ 35 ਨੂੰ ਸਿੱਖਾਂ ਦੇ ਦੂਸਰੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੁਆਰਾ ਸਵਾਰਿਆ ਗਿਆ। ਇਸ ਨੂੰ ਤਰਤੀਬਬੱਧ ਕੀਤਾ ਗਿਆ ਅਤੇ 35 ਹੋਂਦ ਵਿੱਚ ਆਈ। ਊੜਾ ਤੋਂ ਲੈ ਕੇ ਰਾੜਾ ਤੱਕ ਜੋ ਸ਼ਬਦ ਹਨ ਇਹ ਟੋਟਲ 35 ਹਨ, ਇਸ ਕਰਕੇ ਇਹਨਾਂ ਨੂੰ 35 ਕਿਹਾ ਜਾਂਦਾ ਹੈ। ਵਰਣਮਾਲਾ ਇਹ ਪੰਜਾਬੀ ਦੀ ਵਰਣਮਾਲਾ ਹੈ ਜਿਸ ਦੇ ਅਜੇ ਤੱਕ 35 ਅੱਖਰ ਜੋ ਆਪ ਜੀ ਨੂੰ ਦੱਸੇ ਗਏ ਹਨ। ਇਹਦੇ ਵਿੱਚ ਊੜਾ ਤੋਂ ਹਾਹਾ ਵਾਲੇ ਅੱਖਰਾਂ ਨੂੰ ਮੁੱਖ ਵਰਗ, ਕੱਕਾ ਤੋਂ ਗੰਗਾ ਤੱਕ ਚਵਰਗ, ਕਵਰਗ, ਚਿੱਚਾ ਤੋਂ ਨਈਆਂ ਤੱਕ ਚਵਰਗ, ਟੈਂਕਾ ਤੋਂ ਨਾਣਾ ਤੱਕ ਟਵਰਗ, ਇਸੇ ਤਰ੍ਹਾਂ ਤਵਰਗ, ਪੱਪੇ ਨਾਲ ਪਵਰਗ ਅਤੇ ਯਈਆ ਤੋਂ ਡਾੜਾ ਤੱਕ ਅੰਤਮ ਵਰਗ ਹਨ। ਪੰਜਾਬੀ ਭਾਸ਼ਾ ਵਿੱਚ ਅਰਬੀ ਅਤੇ ਫਾਰਸੀ ਵਰਣ ਜਾਂ ਪੰਜਾਬੀ ਭਾਸ਼ਾ ਦੇ ਵਿੱਚ ਅਰਬੀ ਅਤੇ ਫਾਰਸੀ ਧੁਨੀਆਂ ਜੋ ਨਵੀਆਂ 5 ਐਡ ਕੀਤੀਆਂ ਗਈਆਂ ਉਹ ਹਨ ਸੱਸੇ ਪੈਰ ਬਿੰਦੀ ਸ਼ਾਹ ਬੋਲੇ, ਖੱਖੇ ਪੈਰ ਬਿੰਦੀ ਖਾ ਬੋਲੇ, ਗੱਗੇ ਪੈਰ ਬਿੰਦੀ ਅ ਬੋਲੇ, ਜਿੱਜ ਪੈਰ ਬਿੰਦੀ ਜ਼ ਬੋਲੇ, ਫੱਫੇ ਪੈਰ ਬਿੰਦੀ ਫ ਬੋਲੇ। ਆਪ ਜੀ ਨੂੰ ਪਤਾ ਹੈ ਕਿ ਭਾਰਤ ਦੇ ਵਿੱਚ ਮੁਗਲਾਂ ਦਾ ਰਾਜ ਰਿਹਾ ਹੈ ਤੇ ਮੁਗਲ ਸ਼ਾਸਕ ਇਸਲਾਮ ਧਰਮ ਨੂੰ ਮੰਨਦੇ ਸਨ। ਉਹਨਾਂ ਦੇ ਨਾਲ ਉਹਨਾਂ ਦੀ ਭਾਸ਼ਾ ਵੀ ਸਾਡੇ ਭਾਰਤ ਵਿੱਚ ਆਈ, ਪੰਜਾਬ ਵਿੱਚ ਆਈ ਤੇ ਪੰਜਾਬੀ ਦੇ ਨਾਲ ਰਲ ਗਈ। ਪੰਜਾਬੀ ਦੇ ਵਿੱਚ ਉਹਨਾਂ ਦੀ ਭਾਸ਼ਾ ਦੇ ਬਹੁਤ ਸਾਰੇ ਸ਼ਬਦ ਮਿਕਸ ਹੋ ਗਏ, ਰਲ ਗਏ। ਇਸ ਲਈ ਪੰਜਾਬੀ ਨੂੰ ਸਹੀ ਲਿਖਣ ਦੇ ਲਈ ਜੋ ਇਹ ਰਲੇ ਹੋਏ ਸ਼ਬਦ ਸਨ ਰਲੇ ਹੋਏ ਸ਼ਬਦ ਸਨ ਜਿਹੜੇ ਉਹਨਾਂ ਨੂੰ ਸਹੀ ਲਿਖਣ ਦੇ ਲਈ 5 ਧੁਨੀਆਂ ਹੋਰ ਨਵੀਆਂ ਐਡ ਕੀਤੀਆਂ ਗਈਆਂ। ਇਹ ਧੁਨੀਆਂ ਸਨ ਜੋ ਹੁਣੇ ਆਪ ਨੂੰ ਦੱਸੀਆਂ ਗਈਆਂ ਹਨ। ਹੁਣ ਊੜਾ ਤੋਂ ਲੈ ਕੇ ਫੱਫਾ ਤੱਕ ਕੇ ਜਿਹੜੇ ਸ਼ਬਦ ਸੀਗੇ ਪੰਜਾਬੀ ਵਰਣਮਾਲਾ ਦੇ ਕੁੱਲ 41 ਹੋ ਗਏ, ਕਿਉਂਕਿ ਅਸੀਂ ਅਰਬੀ ਫਾਰਸੀ ਜੋ ਭਾਸ਼ਾ ਸੀ ਉਹਨਾਂ ਦੀਆਂ ਧੁਨੀਆਂ ਨੂੰ ਪੰਜਾਬੀ ਦੇ ਵਿੱਚ ਰਲੇ ਸ਼ਬਦਾਂ ਨੂੰ ਸਹੀ ਤਰ੍ਹਾਂ ਨਾਲ ਲਿਖਣਾ ਸੀ, ਬੋਲਣਾ ਸੀ। ਇਸ ਕਰਕੇ ਉਹਨਾਂ ਦੀਆਂ ਲਿਖਣ ਲਈ ਸਹੀ ਜੋ 5 ਧੁਨੀਆਂ ਨਵੀਆਂ ਪੰਜਾਬੀ ਦੇ ਵਿੱਚ ਐਡ ਕੀਤੀਆਂ ਗਈਆਂ। ਸੋ ਇਸ ਦੇ ਨਾਲ ਹੀ ਪੰਜਾਬੀ ਦੇ ਵਿੱਚ ਕੁੱਲ ਅੱਖਰ 35 ਤੋਂ ਵੱਧ ਕੇ 40 ਹੋ ਗਏ। ਪੰਜਾਬੀ ਭਾਸ਼ਾ ਦੇ ਵਿੱਚ ਅੱਜ ਕੱਲ੍ਹ 41 ਵਰਣ ਹਨ, 41 ਅੱਖਰ ਹਨ ਤੇ ਇਸ ਵਿੱਚ ਇੱਕ ਹੋਰ ਧੁਨੀ ਲੱਲੇ ਪੈਰ ਬਿੰਦੀ ਮਤਲਬ ੜ ਧੁਨੀ ਨੂੰ ਐਡ ਕੀਤਾ ਗਿਆ ਹੈ। ਇਹ ੜ ਧੁਨੀ ਲਾਲ ਸਿਆਹੀ ਦੇ ਵਿੱਚ ਲਿਖੀ ਹੋਈ ਹੈ। ਇਹਦਾ ਮਤਲਬ ਹੁੰਦਾ ਹੈ ਕਿ ਸਾਡੀ ਜਿਹੜੀ ਜੀਭ ਹੈ, ਪੰਜਾਬੀ ਭਾਸ਼ਾ ਦੇ ਵਿਦਵਾਨਾਂ ਨੇ ਇਹ ਫੀਲ ਕੀਤਾ, ਇਹ ਨੋਟਿਸ ਕੀਤਾ ਕਿ ਅਸੀਂ ਇੱਕ ਹੋਰ ਧੁਨੀ ਬੋਲਦੇ ਹਾਂ ਜੋ ਲਿਖਦੇ ਨਹੀਂ ਹਾਂ। ਇਸ ਲਈ ਉਹਨਾਂ ਨੇ ਇੱਕ ਨਵੀਂ ਅੱਖਰ ਧੁਨੀ ਲੱਲੇ ਪੈਰ ਬਿੰਦੀ ਨਵੀਂ ਐਡ ਕੀਤੀ। ਪਹਿਲਾਂ ਲਿਖਿਆ ਜਾਂਦਾ ਸੀ ਨਾਲ ਆਪਾਂ ਕਹਿ ਸਕਦੇ ਹਾਂ ਕਿ ਉਹ ਮੇਰੇ ਨਾਲ ਹੈ। ਆਪਾਂ ਇਹ ਨਹੀਂ ਕਹਿੰਦੇ, ਜਦੋਂ ਅਸੀਂ ਫਲੋ ਵਿੱਚ ਪੰਜਾਬੀ ਬੋਲਦੇ ਹਾਂ ਤਾਂ ਅਸੀਂ ਕਹਿੰਦੇ ਹਾਂ ਉਹ ਮੇਰੇ ਨਾਲ ਨਹੀਂ, ਉਹ ਮੇਰੇ ਨਾਲ ਹੈ। ਇਸੇ ਤਰ੍ਹਾਂ ਮੇਰੇ ਕੋਲ ਇੱਕ ਪੈਨ ਹੈ, ਅਸੀਂ ਇਹ ਨਹੀਂ ਬੋਲਦੇ, ਅਸੀਂ ਬੋਲਦੇ ਹਾਂ ਕਿ ਮੇਰੇ ਕੋਲ ਨਹੀਂ, ਮੇਰੇ ਕੋਲ ਇੱਕ ਪੈਨ ਹੈ। ਇਸੇ ਤਰ੍ਹਾਂ ਜਮਾਤ ਵਿੱਚ ਬਹੁਤ ਰੌਲਾ ਹੈ, ਅਸੀਂ ਇਹ ਨਹੀਂ ਕਹਿੰਦੇ ਕਿ ਜਮਾਤ ਵਿੱਚ ਬਹੁਤ ਰੌਲਾ ਹੈ। ਇਸੇ ਤਰ੍ਹਾਂ ਲਾਲਾ ਇੱਕ ਐਸਾ ਸ਼ਬਦ ਹੈ ਜਿਹਦੇ ਵਿੱਚ ਲਾ ਦੀ ਧੁਨੀ ਤੇ ਲੱਲੇ ਪੈਰ ਬਿੰਦੀ ਦੀ ਧੁਨੀ ਬੜੀ ਕਲੀਅਰ ਸੁਣੀ ਜਾ ਸਕਦੀ ਹੈ, ਲਾਲਾ। ਸੋ ਇਸੇ ਤਰ੍ਹਾਂ ਸ਼ਬਦ ਕਾਲਾ, ਸੋ ਅਸੀਂ ਇਹ ਨਹੀਂ ਕਹਿੰਦੇ ਕਿ ਉਹ ਬਹੁਤ ਕਾਲਾ ਹੈ, ਅਸੀਂ ਕਹਿੰਦੇ ਹਾਂ ਕਿ ਉਹ ਬਹੁਤ ਕਾਲਾ ਹੈ। ਸੋ ਲ ਦੀ ਧੁਨੀ ਜਦੋਂ ਲੱਲੇ ਪੈਰ ਬਿੰਦੀ ਆਉਂਦੀ ਹੈ ਤੇ ਲ ਦੀ ਧੁਨੀ ੜ ਦੀ ਧੁਨੀ ਵਿੱਚ ਬਦਲ ਜਾਂਦੀ ਹੈ।
ਸੋ ਇਸ ਦੇ ਨਾਲ ਅੱਜ ਕੱਲ੍ਹ ਪੰਜਾਬੀ ਵਰਨਮਾਲਾ ਦੇ ਵਿੱਚ ਕੁੱਲ 41 ਅੱਖਰ ਹਨ। ਸਵਰ ਹਰ ਭਾਸ਼ਾ ਦੇ ਵਿੱਚ, ਅੰਗਰੇਜ਼ੀ ਦੇ ਵਿੱਚ ਵੀ ਵੋਵਲ ਹਨ, ਹਿੰਦੀ ਵਿੱਚ ਵੀ ਹਨ, ਪੰਜਾਬੀ ਵਿੱਚ ਵੀ ਸਵਰ ਕਿਹਾ ਜਾਂਦਾ ਹੈ ਵੋਵਲਸ ਨੂੰ। ਇਹ ਉਹ ਅੱਖਰ ਹੁੰਦੇ ਹਨ ਜਿਨ੍ਹਾਂ ਦੇ ਉਚਾਰਨ ਸਮੇਂ, ਜਿਨ੍ਹਾਂ ਨੂੰ ਬੋਲਣ ਸਮੇਂ ਹਵਾ ਸਾਡੇ ਫੇਫੜਿਆਂ ਵਿੱਚੋਂ ਬੇਰੋਕ ਬਾਹਰ ਆਉਂਦੀ ਹੈ, ਜਿਵੇਂ ਊੜਾ, ਐੜਾ ਤੇ ਈੜੀ। ਪੰਜਾਬੀ ਵਰਨਮਾਲਾ ਦੇ ਵਿੱਚ 41 ਅੱਖਰਾਂ ਦੇ ਵਿੱਚੋਂ 3 ਅੱਖਰ ਜਿਹੜੇ ਹਨ, ਊੜਾ, ਐੜਾ, ਈੜੀ, ਇਹ ਅੱਖਰ ਸਵਰ ਹਨ ਤੇ ਬਾਕੀ ਸਾਰੇ ਵਿਅੰਜਨ ਹਨ। ਪਰ ਇਹਨਾਂ ਅੱਖਰਾਂ ਨੂੰ ਮਿਲਾ ਕੇ ਕੁੱਲ 10 ਧੁਨੀਆਂ ਹਨ ਜੋ ਬਣਦੀਆਂ ਹਨ ਆ, ਈ, ਊ, ਐ, ਔ ਤੇ ਔ। ਵਿਅੰਜਨ ਧੁਨੀਆਂ। ਵਿਅੰਜਨ ਧੁਨੀਆਂ ਉਹ ਹਨ ਜਿਨ੍ਹਾਂ ਨੂੰ ਬੋਲਣ ਸਮੇਂ ਹਵਾ ਸਾਡੇ ਗਲੇ ਦੇ ਵਿੱਚ, ਤਾਲੂ ਦੇ ਵਿੱਚ, ਦੰਦਾਂ ਦੇ ਪਿੱਛੇ ਜਾਂ ਬੁੱਲ੍ਹਾਂ ਤੇ ਕਿਤੇ ਨਾ ਕਿਤੇ ਰੁਕਦੀ ਹੈ। ਸਾਡੇ ਪੰਜਾਬੀ ਵਰਨਮਾਲਾ ਦੇ 41 ਅੱਖਰਾਂ ਦੇ ਵਿੱਚੋਂ ਸੱਸਾ ਤੋਂ ਲੈ ਕੇ ਅਲਾ ਤੱਕ ਇਹ ਸਾਰੀਆਂ ਧੁਨੀਆਂ ਇਹ ਵਿਅੰਜਨ ਧੁਨੀਆਂ ਹਨ। ਇਹ ਧੁਨੀਆਂ ਵਿਅੰਜਨ ਧੁਨੀਆਂ ਹਨ। ਨਾਸਕੀ ਜਾਂ ਅਨੁਨਾਸਕੀ ਵਿਅੰਜਨ। ਇਹ ਤੁਹਾਡੇ ਸਾਹਮਣੇ ਉਹ ਅੱਖਰ, ਨਾਸਕੀ ਅੱਖਰ ਉਹ ਹੁੰਦੇ ਹਨ ਜਿਨ੍ਹਾਂ ਦੇ ਉਚਾਰਨ ਸਮੇਂ ਹਵਾ ਸਾਡੀ ਨੱਕ ਵਿੱਚੋਂ ਆਵੇ। ਨਾਸਕੀ ਮਤਲਬ ਨਾਸਾਂ, ਨਾਸਾਂ ਮਤਲਬ ਸਾਡੀ ਨੱਕ। ਕਹਿੰਦੇ ਹਨ ਨਾ ਉਸ ਦੀਆਂ ਨਾਸਾਂ ਵਿੱਚੋਂ ਖੂਨ ਚੋ ਰਿਹਾ ਹੈ, ਉਸ ਨਾਸਾਂ ਤੋਂ ਨਾਸਕੀ ਬਣਿਆ ਹੈ ਤੇ ਨਾਸਾਂ ਨੱਕ ਨੂੰ ਕਿਹਾ ਜਾਂਦਾ ਹੈ। ਉਹ ਵਰਨ, ਉਹ ਵਿਅੰਜਨ ਜਿਨ੍ਹਾਂ ਨੂੰ ਬੋਲਣ ਸਮੇਂ ਹਵਾ ਸਾਡੀ ਨੱਕ ਵਿੱਚੋਂ ਆਵੇ, ਉਹਨਾਂ ਨੂੰ ਨਾਸਕੀ ਵਿਅੰਜਨ ਕਿਹਾ ਜਾਂਦਾ ਹੈ। ਇਹ 5 ਹਨ, ঙ, ਣਈਆਂ, ਨਾਣਾ, ਨੰਨਾ ਤੇ ਮੱਮਾ। ਸੋ ਇਹ ਨਾਸਕੀ ਵਿਅੰਜਨ ਹਨ। ਨਾਸਕੀ ਜਾਂ ਅਨੁਨਾਸਕੀ, ਇਹਨਾਂ ਵਿਅੰਜਨਾਂ ਨੂੰ ਨਾਸਕੀ ਜਾਂ ਅਨੁਨਾਸਕੀ ਵਿਅੰਜਨ ਕਿਹਾ ਜਾਂਦਾ ਹੈ। ਅਜੋਕੇ ਸਮੇਂ ਦੇ ਵਿੱਚ ঙ, ਨਾਣਾ ਤੇ ਨਈਆਂ ਦੇ ਨਾਲ ਕੋਈ ਅੱਖਰ ਸ਼ੁਰੂ ਨਹੀਂ ਹੁੰਦਾ। ਅਜੋਕੀ ਪੰਜਾਬੀ ਦੇ ਵਿੱਚ ਇਹਨਾਂ ਤਿੰਨਾਂ ਅੱਖਰਾਂ ਤੋਂ ਕੋਈ ਵੀ ਅੱਖਰ ਸ਼ੁਰੂ ਨਹੀਂ ਹੁੰਦਾ। ਅੱਗੇ ਚੱਲਦੇ ਹਾਂ। ਵਰਨ ਅਤੇ ਲਗਾ ਮਾਤਰਾਵਾਂ। ਜਿਹੜੇ ਇਹ ਵਰਨ ਹਨ, ਸਾਡੀ ਵਰਨਮਾਲਾ ਲਿਖੀ ਹੋਈ ਹੈ ਊੜਾ ਤੋਂ ਲੈ ਕੇ ੜਾ ਤੱਕ, ਅਤੇ ਇਹ ਲਗਾ ਮਾਤਰਾਵਾਂ ਹਨ ਜੋ ਕਿ ਜਿਨ੍ਹਾਂ ਦੀ ਲਗਾ ਮੈਨੇ ਵਰਨਾਂ ਦੇ ਨਾਲ ਲੱਗਣ ਵਾਲੀਆਂ ਲਗਾਂ। ਇਹ ਲਗਾ ਮਾਤਰਾਵਾਂ ਵਰਨਾਂ ਦੇ ਨਾਲ ਲੱਗਦੀਆਂ ਹਨ। ਲਗਾ ਮਾਤਰਾਵਾਂ ਵਰਨਾਂ ਦੇ ਨਾਲ ਲੱਗਦੀਆਂ ਹਨ। ਸੋ ਇਹ ਲਗਾ ਮਾਤਰਾਵਾਂ ਕੁੱਲ 10 ਹਨ। ਮੁਕਤਾ, ਸਿਹਾਰੀ ਬਿਹਾਰੀ, ਲਾਂ, ਦੁਲਾਵਾਂ, ਹੋੜਾ, ਕਨੌੜਾ, ਔਂਕੜ, ਦਲੈਂਕੜ ਤੇ ਕੰਨਾ। ਇਹ ਇਸ ਦੇ ਚਿੰਨ੍ਹ ਹਨ। ਸੱਸੇ ਨੂੰ ਜੋ ਏਸ ਪਾਈ ਹੋਈ ਹੈ ਸਿਹਾਰੀ, ਸੱਸੇ ਨੂੰ ਬਿਹਾਰੀ, ਸੱਸੇ ਨੂੰ ਲਾਂ, ਸੱਸੇ ਨੂੰ ਦਲਾਵਾਂ, ਸੱਸੇ ਨੂੰ ਹੋੜਾ, ਸੱਸੇ ਨੂੰ ਕਨੌੜਾ, ਸੱਸੇ ਨੂੰ ਔਂਕੜ, ਸੱਸੇ ਨੂੰ ਦਲੈਂਕੜ, ਸੱਸੇ ਨੂੰ ਕੰਨਾ। ਇਸੇ ਤਰ੍ਹਾਂ ਇੱਕ ਉਦਾਹਰਨ ਲਿਖੀ ਹੋਈ ਹੈ, ਜਿਵੇਂ ਇਹ ਦਾ ਹੈ, ਦਾ ਧੁਨੀ, ਤੇ ਦਾ ਦੇ ਨਾਲ ਜਿਹੜੀ ਲਗਾ ਲੱਗੀ ਹੋਈ ਹੈ ਕੰਨਾ ਲਗ, ਇਸ ਤਰ੍ਹਾਂ ਇਹ ਅੱਖਰ ਬਣਿਆ ਹੈ ਦਾ। ਦ ਧੁਨੀ ਦੇ ਨਾਲ ਕੰਨਾ ਲੱਗਾ ਹੈ, ਇਹ ਅੱਖਰ ਦਾ ਬਣਿਆ ਹੈ। ਇਸੇ ਤਰ੍ਹਾਂ ਇਹ ਜਿਹੜੀਆਂ ਧੁਨੀਆਂ ਹਨ, ਇਹ ਧੁਨੀਆਂ ਜਿਹੜੀਆਂ ਲਗਾ ਮਾਤਰਾਵਾਂ ਹਨ, ਇਹ ਵਰਨਾਂ ਦੇ ਨਾਲ ਲੱਗਦੀਆਂ ਹਨ। ਅੱਗੇ ਚੱਲਦੇ ਹਾਂ। ਦੇਖੋ ਇਹ ਇੱਥੇ ਮੁਕਤਾ, ਪਿਛਲੀ ਸਲਾਈਡ ਤੇ ਆਉਂਦੇ ਹਾਂ। ਇਹ ਮੁਕਤਾ ਵਿੱਚ ਬ੍ਰੈਕਟ ਦੇ ਵਿੱਚ ਖਾਲੀ ਛੱਡਿਆ ਹੋਇਆ ਹੈ। ਮੁਕਤਾ ਲੱਗਦਾ ਕੋਈ ਚਿੰਨ੍ਹ ਨਹੀਂ ਹੁੰਦਾ, ਪਰ ਕਿਹਾ ਜਾਂਦਾ ਹੈ ਕਿ ਮੁਕਤਾ ਇੱਕ ਮੁਕਤਾ ਕੀ ਹੈ? ਮੁਕਤਾ ਇੱਕ ਅਸਵਰ ਧੁਨੀ ਹੈ ਜਿਸ ਦਾ ਆਪਣਾ ਕੋਈ ਚਿੰਨ੍ਹ ਨਹੀਂ ਹੁੰਦਾ। ਭਾਵ ਕਿ ਜਿਸ ਅੱਖਰ ਨੂੰ ਕੋਈ ਲਗ ਨਹੀਂ ਲੱਗੀ ਹੁੰਦੀ, ਉਹ ਮੁਕਤਾ, ਉੱਥੇ ਮੁਕਤਾ ਲਗ ਲੱਗੀ ਹੁੰਦੀ ਹੈ। ਜਿਵੇਂ ਘਰ, ਘ ਰ ਅ, ਅਸੀਂ ਕਹਿੰਦੇ ਹਾਂ ਘਰ, ਘ ਰ ਅ ਘਰ। ਕਰਮ ਕਰਮ ਕਰਮ। ਪੜ ਪੜ ਅ। ਸਰਕਸ ਅ। ਸੋ ਇਸੇ ਤਰ੍ਹਾਂ ਅੱਗੇ ਥੱਲੇ ਬ੍ਰੈਕਟਾਂ ਵਿੱਚ ਲਿਖੇ ਹੋਏ ਨੇ, ਜਿਵੇਂ ਅਸੀਂ ਅੱਖਰ ਬੋਲਦੇ ਹਾਂ। ਅਸਲ ਵਿੱਚ ਅਸੀਂ
ਘਾ ਅ ਰ ਅ ਅੱਖਰ ਬੋਲਦੇ ਹਾਂ, ਇਹ ਘਰ ਬਣਦਾ ਹੈ। ਘਰ, ਘਰ। ਸੋ ਇਹ ਮੁਕਤਾ ਧੁਨੀ ਹੈ। ਮੁਕਤਾ ਧੁਨੀ ਦਾ ਆਪਣਾ ਕੋਈ ਚਿੰਨ੍ਹ ਨਹੀਂ ਹੁੰਦਾ। ਇਹ ਸਵਰ ਤੋਂ ਐੜਾ ਸਵਰ ਧੁਨੀ ਹੈ, ਇਸ ਦਾ ਆਪਣਾ ਕੋਈ ਚਿੰਨ੍ਹ ਨਹੀਂ ਹੁੰਦਾ। ਇਹ ਜਿੱਥੇ ਕੋਈ ਲਗ ਨਾ ਲੱਗੀ ਹੋਵੇ ਉੱਥੇ ਮੁਕਤਾ ਲਗ ਲੱਗੀ ਹੁੰਦੀ ਹੈ। ਸੋ ਲਗਾ ਮਾਤਰਾਵਾਂ ਆਪਾਂ ਦੇਖਿਆ ਸੀਗਾ ਕਿ ਵਰਣਮਾਲਾ ਦੇ ਨਾਲ ਲੱਗਦੀਆਂ ਹਨ, ਤੇ ਲਗਾਖਰ ਹਨ ਇਹ ਲਗਾ ਮਾਤਰਾਵਾਂ ਦੇ ਨਾਲ ਲੱਗਦੇ ਹਨ। ਜਿਹੜੇ ਲਗਾਖਰ ਹਨ ਇਹ ਵਰਣਮਾਲਾ ਦੇ ਨਾਲ ਲਗਾ ਮਾਤਰਾਵਾਂ ਦੇ ਨਾਲ ਲੱਗਦੇ ਹਨ, ਪਰ ਜਿਹੜੀਆਂ ਲਗਾ ਮਾਤਰਾ ਹਨ ਪਿੱਛੇ ਆਪਾਂ ਦੇਖਿਆ ਹੈ ਵਰਣਮਾਲਾ ਦੇ ਨਾਲ ਲੱਗਦੀਆਂ ਹਨ। ਸੋ ਲਗਾਖਰ, ਲਗਾ ਮਾਤਰਾਵਾਂ ਆਪਾਂ ਪਿੱਛੇ ਪੜ੍ਹ ਕੇ ਆਏ ਹਾਂ ਕਿ 10 ਹੁੰਦੀਆਂ ਹਨ। ਇਹਦੇ ਨਾਲ ਹੀ ਲਗਾਖਰ, ਇਹ ਲਗਾਖਰ ਲਗਾ ਮੈਨੇ ਲਗਾਖਰ ਮੀਨਸ ਜਮਾ ਕਰੀਏ ਤੇ ਲਗਾ ਪਲੱਸ ਅੱਖਰ, ਲਗਾ ਨਾਲ ਲੱਗਣ ਵਾਲੇ ਅੱਖਰ। ਇਹ 3 ਹਨ, ਬਿੰਦੀ, ਟਿੱਪੀ ਤੇ ਅਦਕ। ਇਹ ਕਿਹੜੇ ਹਨ? ਬਿੰਦੀ, ਟਿੱਪੀ ਤੇ ਅਦਕ। ਇਹ ਜਿਹੜੇ ਲਗਾਖਰ ਹਨ ਇਹ ਲਗਾ ਨਾਲ ਲੱਗਦੇ ਹਨ ਤੇ ਲਗਾ ਅੱਖਰਾਂ ਜਾਂ ਵਰਨਾਂ ਦੇ ਨਾਲ ਲੱਗਦੀਆਂ ਹਨ। ਸੋ ਜਿਵੇਂ ਅਸੀਂ ਇੱਥੇ ਇੱਕ ਅੱਖਰ ਲਿਖਿਆ ਹੈ ਮੁਕਤਾ ਲਗ, ਜੇ ਮੱਚ ਸੀਗਾ ਤੇ ਇਹਦੇ ਨਾਲ ਆਪਾਂ ਲਗ ਲੱਗੀ ਟਿੱਪੀ, ਸਿੰਘ ਦੇ ਨਾਲ ਵੀ ਟਿੱਪੀ ਲੱਗੀ, ਘੁੰਡ ਦੇ ਨਾਲ ਕਾਲਾ ਅੱਖਰ ਦੇਖੋ ਇੱਥੇ ਟਿੱਪੀ ਲੱਗੀ। ਸੋ ਇਹ ਜੋ 4 ਲਗਾ ਮਾਤਰਾਵਾਂ ਹਨ, ਮੁਕਤਾ, ਸਿਹਾਰੀ, ਔਂਕੜ ਤੇ ਦਲੈਂਕੜ, ਇਹਨਾਂ ਦੇ ਨਾਲ ਟਿੱਪੀ ਦੀ ਵਰਤੋਂ ਹੁੰਦੀ ਹੈ। ਤੇ ਬਾਕੀ ਜਿਹੜੀਆਂ 6 ਲਗਾਂ ਹਨ, ਆਹ ਵਾਲੀਆਂ 6 ਲਗਾਂ, 5 ਆ ਤੇ 1 ਆ ਵਾਲੀ, ਇਹਨਾਂ ਦੇ ਨਾਲ ਬਿੰਦੀ ਦੀ ਵਰਤੋਂ ਹੁੰਦੀ ਹੈ। ਬਿੰਦੀ ਅਤੇ ਟਿੱਪੀ ਲਗ ਦੀ ਆਵਾਜ਼ ਸੇਮ ਹੈ। ਇਹ ਆ ਦੀ ਆਵਾਜ਼ ਨੂੰ ਆ ਕਰ ਦਿੰਦੀਆਂ ਹਨ, ਭਾਵ ਕਿ ਸਾਡੀਆਂ ਨਾਸਾਂ ਦੇ ਵਿੱਚੋਂ ਆਵਾਜ਼ ਆਉਣੀ ਸ਼ੁਰੂ ਹੋ ਜਾਂਦੀ ਹੈ। ਪਰ ਇਹ 10 ਲਗਾ ਮਾਤਰਾਵਾਂ ਦੇ ਵਿੱਚੋਂ 4 ਦੇ ਨਾਲ ਟਿੱਪੀ ਲੱਗਦੀ ਹੈ ਅਤੇ 6 ਦੇ ਨਾਲ ਬਿੰਦੀ ਲੱਗਦੀ ਹੈ। ਇਹ ਜੋ ਕਾਲੇ ਅੱਖਰ ਹਨ, ਇਹ ਜੋ ਲਗਾ ਮਾਤਰਾਵਾਂ ਥੱਲੇ ਲੱਗੀਆਂ ਹਨ, ਮਾਂ ਚ ਇੱਥੇ ਮੁਕਤਾ ਹੈ, ਇੱਥੇ ਸਿਹਾਰੀ ਹੈ, ਇੱਥੇ ਔਂਕੜ ਹੈ, ਇੱਥੇ ਦਲੈਂਕੜ ਹੈ, ਇਹਨਾਂ ਦੇ ਨਾਲ ਟਿੱਪੀ ਲੱਗੀ ਹੋਈ ਹੈ। ਬਾਕੀ ਜੋ 6 ਹਨ ਉਹਨਾਂ ਦੇ ਨਾਲ ਇੱਕ 5 ਆ ਤੇ ਇੱਕ ਆ ਕੰਨਾ, ਇਹਨਾਂ ਦੇ ਨਾਲ ਬਿੰਦੀ ਦੀ ਵਰਤੋਂ ਹੁੰਦੀ ਹੈ। ਬਿੰਦੀ ਟਿੱਪੀ ਦੀ ਆਵਾਜ਼ ਸੇਮ ਹੈ, ਬਸ ਇਹ ਅਲੱਗ-ਅਲੱਗ ਲਗਾ ਮਾਤਰਾਵਾਂ ਦੇ ਨਾਲ ਲੱਗਦੀਆਂ ਹਨ। ਤੁਸੀਂ ਕਦੀ ਦੇਖਿਆ ਹੈ ਕਿ ਕਦੀ ਹਾਹੇ ਨੂੰ ਵਿਹਾਰੀ ਪਾਈ ਹੋਵੇ ਤੇ ਇੱਥੇ ਅਗਰ ਟਿੱਪੀ ਪਈ ਹੋਵੇ? ਸੋ ਇਸੇ ਤਰ੍ਹਾਂ ਹੀ ਸਾਨੂੰ ਸਮਝਣ 'ਚ ਆਸਾਨੀ ਹੋਏਗੀ ਕਿ ਲਗਾ ਮਾਤਰਾਵਾਂ ਲਗਾ ਦੇ ਨਾਲ ਲੱਗਦੀਆਂ ਹਨ, 4 ਦੇ ਨਾਲ ਟਿੱਪੀ ਲੱਗਦੀ ਹੈ, 6 ਦੇ ਨਾਲ ਬਿੰਦੀ ਲੱਗਦੀ ਹੈ। ਸੋ ਆਓ ਅਗਲੀ ਸਲਾਈਡ ਦੇ ਵਿੱਚ ਅਦਕ ਬਾਰੇ ਗੱਲ ਕਰਦੇ ਹਾਂ। ਅਦਕ ਦੀ ਵਰਤੋਂ ਹਿੰਦੀ ਭਾਸ਼ਾ ਵਿੱਚ, ਹਿੰਦੀ ਭਾਸ਼ਾ ਤੇ ਪੰਜਾਬੀ ਭਾਸ਼ਾ ਨੂੰ ਭੈਣਾ ਕਿਹਾ ਜਾਂਦਾ ਹੈ। ਹਿੰਦੀ ਵਿੱਚ ਅਗਰ ਕਿਸੇ ਅੱਖਰ ਦੀ ਆਵਾਜ਼ ਦੋਹਰੀ ਕਰਨੀ ਹੋਵੇ ਤਾਂ ਅੱਧੇ ਅੱਖਰ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਇੱਧਰ ਦੇਖੋ ਥੱਲੇ ਸਿੱਕਾ, ਕੱਕਾ ਅੱਧਾ ਪਾਇਆ ਹੋਇਆ ਹੈ, ਥੱਪੜ ਆਧਾ ਪ, ਛੁੱਟੀ ਆਧਾ ਟ, ਗੱਬਰ ਆਧਾ ਬ, ਵੱਲਭ ਆਧਾ ਲ, ਰੱਸੀ ਆਧਾ ਸ। ਸੋ ਇਸੇ ਤਰ੍ਹਾਂ ਅੱਧੇ ਅੱਖਰ ਦੀ ਵਰਤੋਂ ਕੀਤੀ ਜਾਂਦੀ ਹੈ। ਪਰ ਪੰਜਾਬੀ ਵਿੱਚ ਅਗਰ ਕਿਸੇ ਅੱਖਰ ਦੀ ਆਵਾਜ਼ ਦੋਹਰੀ ਕਰਨੀ ਹੋਵੇ ਤਾਂ ਉਸ ਤੋਂ ਪਹਿਲੇ ਅੱਖਰ ਉੱਤੇ ਅਦਕ ਪਾਇਆ ਜਾਂਦਾ ਹੈ। ਜਿਵੇਂ ਸਿੱਕਾ ਦੇ ਵਿੱਚ ਕੱਕੇ ਦੀ ਆਵਾਜ਼ ਦੋਹਰੀ ਕਰਨੀ ਸੀ ਤਾਂ ਇੱਥੇ ਸਿੱਕਾ ਦੇ ਵਿੱਚ ਕੱਕੇ ਦੀ ਆਵਾਜ਼ ਦੋਹਰੀ ਕਰਨੀ ਸੀ ਤਾਂ ਜਿਹੜਾ ਸੱਸੇ ਉੱਪਰ ਅਦਕ ਪਾ ਦਿੱਤਾ। ਥੱਪੜ ਦੇ ਵਿੱਚ ਪੱਪੇ ਦੀ ਆਵਾਜ਼ ਦੋਹਰੀ ਕਰਨੀ ਸੀ ਤੇ ਥੱਥੇ ਉੱਤੇ ਅਦਕ ਪਾ ਦਿੱਤਾ। ਸੋ ਜਿਸ ਅੱਖਰ ਦੀ ਆਵਾਜ਼ ਦੋਹਰੀ ਕਰਨੀ ਹੋਵੇ ਉਸ ਤੋਂ ਪਹਿਲੇ ਅੱਖਰ ਉੱਪਰ ਅਦਕ ਪਾ ਦਿੱਤਾ ਜਾਂਦਾ ਹੈ। ਇਸ ਦੀਆਂ ਅਦਕ ਦੀਆਂ ਮੈਂ 2 ਪਰਿਭਾਸ਼ਾ ਲਿਖੀਆਂ ਹਨ, ਇੱਕ ਇਹ ਤੇ ਇੱਕ ਇਹ। ਹੁਣ ਅਸੀਂ ਦੂਸਰੀ ਪਰਿਭਾਸ਼ਾ ਪੜ੍ਹਦੇ ਹਾਂ। ਅਦਕ ਇੱਕ ਦਬਾਓ ਜਾਂ ਬਲ ਚਿੰਨ੍ਹ ਹੈ। ਇਸ ਦੀ ਵਰਤੋਂ ਕਿਸੇ ਅੱਖਰ ਦੀ ਆਵਾਜ਼ ਨੂੰ ਬਲ ਦੇ ਕੇ ਬੋਲਣ ਲਈ ਕੀਤੀ ਜਾਂਦੀ ਹੈ ਜਾਂ ਦੋਹਰੀ ਕਰਨ ਲਈ ਬੋਲੀ ਜਾਂਦੀ ਹੈ। ਪੰਜਾਬੀ ਲਿਖਣ ਸਮੇਂ ਜਿਸ ਅੱਖਰ ਦੀ ਆਵਾਜ਼ ਦੋਹਰੀ ਕਰਨੀ ਹੋਵੇ ਉਸ ਅੱਖਰ ਤੋਂ ਪਹਿਲੇ ਅੱਖਰ ਉੱਤੇ ਅਦਕ ਪਾਇਆ ਜਾਂਦਾ ਹੈ, ਜਿਵੇਂ ਹਲ, ਸਿੱਕਾ, ਥੱਪੜ, ਰੱਸੀ। ਪਰ ਇੱਕ ਐਕਸੈਪਸ਼ਨ ਵੀ ਹੈ ਕਿ ਅੰਗਰੇਜ਼ੀ ਦੇ ਅੱਖਰ ਪੈਨ, ਸੈਟ ਜਾਂ ਸੈਕਟਰ,
ਇਹ ਬੋਲਣ ਸਮੇਂ ਦਲਾਵਾਂ ਦੇ ਨਾਲ ਵੀ ਅਧਿਕ ਪਾ ਦਿੱਤਾ ਜਾਂਦਾ ਹੈ। ਅਗਲੀ ਸਲਾਈਡ ਤੇ ਚੱਲਦੇ ਹਾਂ। ਦੁੱਤ ਅੱਖਰ। ਦੁੱਤ ਅੱਖਰ ਪੰਜਾਬੀ ਦੇ ਵਿੱਚ 3 ਜਿਹੜੇ ਵਰਣ ਹਨ ਉਹਨਾਂ ਨੂੰ ਦੁੱਤ ਅੱਖਰ ਆਖਿਆ ਜਾਂਦਾ ਹੈ। ਇਹ ਜੋ 3 ਵਰਣ ਹਨ, ਇਹ 3 ਵਰਣ ਕੁਝ ਅੱਖਰਾਂ ਦੇ ਥੱਲੇ ਪੈਂਦੇ ਹਨ। ਸੋ ਜਿਹੜੇ ਅੱਖਰਾਂ ਦੇ ਥੱਲੇ ਇਹ ਅੱਖਰ ਦੁੱਤ ਅੱਖਰ ਹੈ। ੜਾ, ਪੱਪੇ ਦੇ ਪੈਰ 'ਚ ਰਾ ਤੇ ਸਾ। ਇਹ ਜੋ ਅੱਖਰ ਹੈ ਇਹ 2 ਅੱਖਰਾਂ ਦੇ ਮੇਲ ਨਾਲ ਬਣਿਆ ਹੈ। ਪੱਪਾ ਤੇ ਪੈਰ 'ਚ ਰਾ ਪ੍ਰੈ। ਇਹ ਅੱਖਰ 2 ਅੱਖਰਾਂ ਦੇ ਮੇਲ ਨਾਲ ਬਣਿਆ ਹੈ। ਸੱਸਾ ਤੇ ਪੈਰ 'ਚ ਵਾਵਾ। ਇਹ ਅੱਖਰ ਵੀ 2 ਅੱਖਰਾਂ ਦੇ ਮੇਲ ਨਾਲ ਬਣਿਆ ਹੈ। ਸ਼ ਤੇ ਪੈਰ 'ਚ ਰਾਰਾ। ਇਹ ਅੱਖਰ ਵੀ 2 ਅੱਖਰਾਂ ਦੇ ਮੇਲ ਨਾਲ ਬਣਿਆ ਹੈ। ਇਹ ਅੱਖਰ ਵੀ ਸਵੈ। ਸੋ ਇਹ ਜੋ ਅੱਖਰ ਹਨ, ਇਹ ਸਾਰੇ ਅੱਖਰ ਦੁੱਤ ਅੱਖਰ ਹਨ। ਸੋ ਦੁੱਤ ਅੱਖਰ ਬਣਾਉਂਦੇ ਸਮੇਂ ਹਾਹਾ, ਰਾਰਾ ਤੇ ਵਾਵਾ ਅੱਖਰ ਪੈਰਾਂ ਦੇ ਵਿੱਚ ਪੈਂਦੇ ਹਨ। ਸੋ ਇਹ ਜੋ ਅੱਖਰ ਹਨ ਇਹ ਸਾਰੇ ਦੁੱਤ ਅੱਖਰ ਹਨ। ਇਹਨਾਂ ਜਿੱਦਾਂ ਪੜ੍ਹਾਈ ਦੇ ਵਿੱਚ ਅੜਾੜਾ ਅਤੇ ਅੜਾੜੇ ਦੇ ਥੱਲੇ ਜੋ ਹਾਹਾ ਪਾਇਆ ਹੋਇਆ ਹੈ, ਪ੍ਰੈਸ਼ਨ ਦੇ ਵਿੱਚ ਪੱਪਾ ਦੇ ਪੱਪੇ ਦੇ ਪੈਰ 'ਚ ਰਾਰਾ ਪਾਇਆ ਹੋਇਆ ਹੈ, ਇਹ ਦੁੱਤ ਅੱਖਰ ਹੈ। ਸਵਰ ਦੇ ਵਿੱਚ ਸ ਤੇ ਪੈਰ 'ਚ ਵਾਵਾ ਪਾਇਆ ਹੋਇਆ, ਇਹ ਦੁੱਤ ਅੱਖਰ ਹੈ। ਸ਼੍ਰੀ ਦੇ ਵਿੱਚ ਵੀ ਪੈਰ 'ਚ ਰਾਰਾ ਪਾਇਆ ਹੋਇਆ ਤੇ ਸਵੈ 'ਚ ਵੀ। ਇਹ ਜੋ ਅੱਖਰ ਹਨ ਇਹ ਦੁੱਤ ਅੱਖਰ ਹਨ। ਹੁਣ ਅੱਗੇ ਆਓ ਪੜ੍ਹਦੇ ਹਾਂ ਕਿ ਦੁੱਤ ਅੱਖਰ ਕੀ ਹੁੰਦਾ ਹੈ। ਧਿਆਨ ਦਿਓ। ਉੱਪਰਲੇ ਲਾਲ ਅੱਖਰ ਦੋਵਾਂ ਅੱਖਰਾਂ ਦੇ ਮੇਲ ਤੋਂ ਬਣੇ ਹੋਏ ਹਨ। ਅਸੀਂ ਹੁਣੇ ਦੇਖਿਆ ਹੈ। ਇਹਨਾਂ ਵਿੱਚ ਦੂਜਾ ਅੱਖਰ ਪਹਿਲੇ ਦੇ ਪੈਰ ਵਿੱਚ ਪਾਇਆ ਗਿਆ ਹੈ। ਜਿਵੇਂ ਆ, ਹਾਹਾ, ਰਾਰਾ ਤੇ ਵਾਵਾ। ਇਹ ਹਾਹਾ, ਰਾਰਾ ਤੇ ਵਾਵਾ ਦੇ ਛੋਟੇ ਰੂਪ ਹੈ ਜਿਹੜੇ ਪੈਰਾਂ ਵਿੱਚ ਪੈਂਦੇ ਹੈ। ਸੋ ਇਹਨਾਂ ਵਿੱਚ ਜਿਹੜਾ ਦੂਜਾ ਅੱਖਰ ਹੈ ਉਹ ਪੈਰਾਂ ਵਿੱਚ ਪਾਇਆ ਗਿਆ ਹੈ। ਸੋ ਇਹ ਅੱਖਰ 2 ਅੱਖਰਾਂ ਦੇ ਮੇਲ ਤੋਂ ਬਣੇ ਹੋਏ ਹਨ। ਇਹ ਦੁੱਤ ਅੱਖਰ ਹਨ। ਪੰਜਾਬੀ ਵਿੱਚ ਸਿਰਫ 3 ਅੱਖਰ ਜਾਂ 3 ਵਰਣ ਹਾਹਾ, ਰਾਰਾ, ਵਾਵਾ ਪੈਰਾਂ ਵਿੱਚ ਪਾਏ ਜਾਂਦੇ ਹਨ। ਜਦੋਂ ਪੈਰਾਂ ਵਿੱਚ ਪਾਏ ਜਾਂਦੇ ਹਨ ਤੇ ਇਹ ਅੱਧੇ ਇਸ ਤਰ੍ਹਾਂ ਪੈਰਾਂ ਵਿੱਚ ਪਾਏ ਜਾਂਦੇ ਹਨ। ਦੇਖੋ ਆ ਪੈਰ ਦੇ ਵਿੱਚ ਵਾਵਾ ਪਾਇਆ ਹੋਇਆ ਹੈ, ਪੈਰ ਦੇ ਵਿੱਚ ਰਾਰਾ ਪਾਇਆ ਹੋਇਆ ਹੈ ਤੇ ਪੈਰ ਦੇ ਵਿੱਚ ਹਾਹਾ ਪਾਇਆ ਹੋਇਆ ਹੈ। ਸੋ ਦੁੱਤ ਅੱਖਰ ਉਹ ਹਨ ਜਿਹੜੇ 2 ਅੱਖਰਾਂ ਤੋਂ ਮੇਲ ਤੋਂ ਬਣਦੇ ਹਨ। ਪੰਜਾਬੀ ਵਿੱਚ 3 ਅੱਖਰ ਪੈਰਾਂ ਵਿੱਚ ਪਾਏ ਜਾਂਦੇ ਹਨ, ਹਾਹਾ, ਰਾਰਾ ਅਤੇ ਵਾਵਾ। ਲਿਪੀ ਕੀ ਹੁੰਦੀ ਹੈ? ਆਓ ਇਸ ਬਾਰੇ ਗੱਲ ਕਰਦੇ ਹਾਂ। ਇਹ ਸਾਡੀ ਵਰਣਮਾਲਾ ਹੈ। ਇਹ ਸਾਡੀ ਪੰਜਾਬੀ ਭਾਸ਼ਾ ਦੀ ਵਰਣਮਾਲਾ ਹੈ। ਇਹ ਲਗਾਂ ਹਨ ਤੇ ਇਹ ਲਗਾਖਰ ਹਨ। ਇਹ ਦੁੱਤ ਅੱਖਰ ਹਨ, ਹਾਹਾ, ਰਾਰਾ, ਵਾਵਾ ਤੇ ਇਹ ਏਕ ਓਂਕਾਰ ਪਲੱਸ ਪੰਜਾਬੀ ਗੁਰਮੁਖੀ ਭਾਸ਼ਾ ਦੇ ਨੰਬਰ ਸਿਸਟਮ ਹੈ। ਨੰਬਰ ਕਿਵੇਂ ਪਾਏ ਜਾਂਦੇ ਹਨ। ਹਰ ਭਾਸ਼ਾ ਨੂੰ ਲਿਖਣ ਦੇ ਲਈ ਹਰ ਸਮਾਜ ਵੱਲੋਂ, ਬੁੱਧੀਜੀਵੀਆਂ ਵੱਲੋਂ ਕੁਝ ਚਿੰਨ੍ਹ ਮਿੱਥੇ ਜਾਂਦੇ ਹਨ। ਜਿਵੇਂ ਮੰਨ ਲਓ ਪੁਰਾਣੇ ਸਮਿਆਂ ਦੇ ਵਿੱਚ ਅਗਰ ਹਿੰਦੀ ਵਿਦਵਾਨ ਬੈਠੇ ਹੋਣਗੇ ਕਿ ਉਹ ਸੋਚਣ ਕਿ ਅਸੀਂ ਹਿੰਦੀ ਨੂੰ ਕਿਵੇਂ ਲਿਖੀਏ, ਹਿੰਦੀ ਵਿੱਚ ਸਾ ਧੁਨੀ ਕਿਵੇਂ ਲਿਖੀਏ। ਉਹਨਾਂ ਨੇ ਡਿਸਾਈਡ ਕੀਤਾ ਕਿ ਅਸੀਂ ਹਿੰਦੀ ਵਿੱਚ ਸਾ ਧੁਨੀ ਇਸ ਤਰ੍ਹਾਂ ਲਿਖਾਂਗੇ। ਜੇ ਮੰਨ ਲਓ ਰੋਮਨ ਧੁਨੀ ਹੈ, ਅੰਗਰੇਜ਼ੀ ਭਾਸ਼ਾ ਦੀ ਜਿਹੜੀ ਲਿਪੀ ਹੈ ਉਹ ਰੋਮਨ ਹੈ। ਅੰਗਰੇਜ਼ ਜਦੋਂ ਬੁੱਧੀਜੀਵੀ ਬੈਠੇ ਹੋਣਗੇ ਉਹ ਕਹਿਣਗੇ ਕਿ ਅਸੀਂ ਸਾ ਧੁਨੀ ਨੂੰ ਇੱਦਾਂ ਲਿਖਾਂਗੇ। ਇਸੇ ਤਰ੍ਹਾਂ ਪੰਜਾਬੀ ਦੇ ਵਿੱਚ ਸਾ ਧੁਨੀ ਵਿਦਵਾਨਾਂ ਦੁਆਰਾ ਆਹ ਚਿੰਨ੍ਹ ਮਿੱਥਿਆ ਗਿਆ ਕਿ ਅਸੀਂ ਸਾ ਧੁਨੀ ਨੂੰ ਇੱਦਾਂ ਲਿਖਾਂਗੇ। ਸੋ ਇਹ ਜਿਹੜੇ ਚਿੰਨ੍ਹ ਹੈ ਅਲੱਗ-ਅਲੱਗ ਸਾ ਧੁਨੀ ਵਾਸਤੇ ਨਿਰਧਾਰਿਤ ਕੀਤੇ ਗਏ ਹਨ। ਇਸੇ ਤਰ੍ਹਾਂ ਹੀ ਦੇਖੋ ਹਰ ਭਾਸ਼ਾ ਦੇ ਵਿੱਚ ਭਾਸ਼ਾ ਨੂੰ ਲਿਖਣ ਦੇ ਲਈ ਕੁਝ ਚਿੰਨ੍ਹ ਵਰਤੇ ਜਾਂਦੇ ਹਨ। ਜਿਵੇਂ ਇਸ ਸਲਾਈਡ ਦੇ ਵਿੱਚ ਜੋ ਕਾਲੇ ਰੰਗ ਨਾਲ ਜੋ ਵੀ ਚਿੰਨ੍ਹ ਤੁਹਾਡੇ ਸਾਹਮਣੇ ਨਜ਼ਰ ਆਉਂਦੇ ਹਨ, ਇਹ ਸਾਰੇ ਚਿੰਨ੍ਹ ਪੰਜਾਬੀ ਬੁੱਧੀਜੀਵੀਆਂ ਵੱਲੋਂ ਪੁਰਾਤਨ ਪੰਜਾਬੀ ਲਿਖਦਿਆਂ ਇਹ ਨਿਰਧਾਰਿਤ ਕੀਤੇ ਗਏ ਹਨ। ਇਹਨਾਂ ਸਾਰਿਆਂ ਅੱਖਰਾਂ ਨੂੰ ਲਿਪੀ ਕਿਹਾ ਜਾਂਦਾ ਹੈ। ਇੱਕ ਭਾਸ਼ਾ ਵਿੱਚ ਇੱਕ ਭਾਸ਼ਾ ਨੂੰ ਲਿਖਣ ਸਮੇਂ ਕੁਝ ਚਿੰਨ੍ਹ ਵਰਤੇ ਜਾਂਦੇ ਹਨ, ਮਿੱਥੇ ਜਾਂਦੇ ਹਨ। ਉਹਨਾਂ ਚਿੰਨ੍ਹਾਂ ਦੇ ਸਮੂਹ ਨੂੰ ਲਿਪੀ ਕਿਹਾ ਜਾਂਦਾ ਹੈ।
ਤੇ ਪੰਜਾਬੀ ਭਾਸ਼ਾ ਦੀ ਲਿਪੀ ਕਿਹੜੀ ਹੈ? ਪੰਜਾਬੀ ਭਾਸ਼ਾ ਦੀ ਲਿਪੀ ਗੁਰਮੁਖੀ ਹੈ। ਪੰਜਾਬੀ ਭਾਸ਼ਾ ਦੀ ਲਿਪੀ ਗੁਰਮੁਖੀ ਹੈ। ਪੰਜਾਬੀ ਭਾਸ਼ਾ ਦੀ ਲਿਪੀ ਕਿਹੜੀ ਹੈ? ਗੁਰਮੁਖੀ ਲਿਪੀ। ਪੰਜਾਬੀ ਭਾਸ਼ਾ ਦੋਵਾਂ ਲਿਪੀਆਂ ਦੇ ਵਿੱਚ ਲਿਖੀ ਜਾਂਦੀ ਹੈ, ਇੱਕ ਗੁਰਮੁਖੀ, ਇੱਕ ਸ਼ਾਹਮੁਖੀ। ਜਿਹੜੀ ਸ਼ਾਹਮੁਖੀ ਪੰਜਾਬੀ ਹੈ ਉਹ ਪਾਕਿਸਤਾਨ ਦੇ ਵਿੱਚ ਲਿਖੀ ਜਾਂਦੀ ਹੈ, ਤੇ ਇਹ ਜਿਹੜਾ ਚੜ੍ਹਦਾ ਪੰਜਾਬ ਹੈ, ਆਪਣਾ ਭਾਰਤ ਵਿਚਲਾ ਪੰਜਾਬ ਹੈ, ਇੱਥੇ ਗੁਰਮੁਖੀ ਦੇ ਵਿੱਚ ਪੰਜਾਬੀ ਲਿਖੀ ਜਾਂਦੀ ਹੈ, ਗੁਰਮੁਖੀ ਲਿਪੀ ਵਿੱਚ। ਤੇ ਜਿਹੜਾ ਪਾਕਿਸਤਾਨ ਹੈ, ਭਾਵ ਕਿ ਲਹਿੰਦਾ ਪੰਜਾਬ ਹੈ, ਉੱਥੇ ਪੰਜਾਬੀ ਸ਼ਾਹਮੁਖੀ ਲਿਪੀ ਵਿੱਚ ਲਿਖੀ ਜਾਂਦੀ ਹੈ। ਇਹ ਜੋ ਚਿੰਨ੍ਹ ਹਨ, ਲਿਪੀ ਕੀ ਹੁੰਦੀ ਹੈ? ਲਿਪੀ ਇੱਕ ਭਾਸ਼ਾ ਨੂੰ ਲਿਖਣ ਸਮੇਂ ਕੁਝ ਲਿਖਣ ਦੇ ਲਈ ਕੁਝ ਚਿੰਨ੍ਹ ਮਿੱਥੇ ਜਾਂਦੇ ਹਨ। ਇਹਨਾਂ ਚਿੰਨ੍ਹਾਂ ਦੇ ਸਮੂਹ ਨੂੰ ਲਿਪੀ ਕਿਹਾ ਜਾਂਦਾ ਹੈ। ਇਸ ਸਲਾਈਡ ਦੇ ਵਿੱਚ ਤੁਸੀਂ ਦੇਖੋ, ਆਹ ਸਾਰੇ ਚਿੰਨ੍ਹ ਤੇ ਆਹ ਸਾਰੇ ਚਿੰਨ੍ਹ, ਆਹ ਵਾਲਾ, ਇਹ ਹਾਹਾ ਰਾਰਾ ਵਾਵਾ ਤੇ ਆਹ ਜਿਹੜੇ ਚਿੰਨ੍ਹ, ਇਹਨਾਂ ਸਾਰਿਆਂ ਨੂੰ ਅਗਰ ਇੱਕ ਨਾਮ ਦੇਣਾ ਹੋਵੇ ਤੇ ਇਹ ਹੈ ਗੁਰਮੁਖੀ ਲਿਪੀ। ਸੋ ਉਮੀਦ ਹੈ ਕਿ ਤੁਹਾਡੇ ਸ਼ੰਕੇ ਘਟੇ ਹੋਣਗੇ। ਧੰਨਵਾਦ, ਥੈਂਕ ਯੂ। ਅਗਰ ਚੰਗਾ ਲੱਗੇ ਤਾਂ ਸ਼ੇਅਰ ਕਰਨਾ। ਧੰਨਵਾਦ।